ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੰਜਾਬੀ ਦੇ 3 ਟੌਪਿਕ ਕਰਨ ਜਾ ਰਹੇ ਹਾਂ, ਬਟ ਇਹਨਾਂ ਟੌਪਿਕਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਜੇਕਰ ਤੁਹਾਨੂੰ ਪੜ੍ਹਦੇ ਹੋਏ ਇੰਝ ਲੱਗੇ ਕਿ ਵੀਡੀਓ ਚੰਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਯੋਜਕ, ਵਿਸਮਕ ਅਤੇ ਪਦਵੰਡ ਬਾਰੇ। ਸਭ ਤੋਂ ਪਹਿਲਾਂ ਯੋਜਕ ਬਾਰੇ ਗੱਲ ਕਰਦੇ ਹਾਂ। ਯੋਜਕ ਕੀ ਹੁੰਦੇ ਨੇ? ਸਭ ਤੋਂ ਪਹਿਲਾਂ ਤੁਹਾਨੂੰ ਸਿਰਫ ਬੇਸਿਕ ਜੀ ਨੌਲੇਜ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਆਪਾਂ ਦੋ ਵਾਕਾਂ ਨੂੰ ਜਾਂ ਫਿਰ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨਾ ਤਾਂ ਜਿਹੜੇ ਸ਼ਬਦਾਂ ਦੇ ਰਾਹੀਂ ਇਹਨਾਂ ਨੂੰ ਜੋੜਿਆ ਜਾਂਦਾ ਹੈ ਉਹਨਾਂ ਨੂੰ ਆਪਾਂ ਬੋਲਦੇ ਹਾਂ ਯੋਜਕ। ਯੋਜਕ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ, ਰਾਮ ਅਤੇ ਸ਼ਾਮ ਦੋਨੋਂ ਭਰਾ ਹਨ, ਤਾਂ ਰਾਮ ਅਤੇ ਸ਼ਾਮ ਦੋਹਾਂ ਨੂੰ ਆਪਾਂ ਨੇ ਕਿਸ ਸ਼ਬਦ ਰਾਹੀਂ ਜੋੜਿਆ ਹੈ? ਅਤੇ ਰਾਹੀਂ। ਹੁਣ ਦੇਖੋ ਇਹ ਤਾਂ ਦੋ ਸ਼ਬਦ ਨੇ, ਰਾਮ ਵੀ ਇੱਕ ਸ਼ਬਦ ਦਾ ਨਾਮ ਹੈ, ਠੀਕ ਹੈ, ਔਰ ਸ਼ਾਮ ਵੀ ਇੱਕ ਨਾਮ ਹੈ। ਰਾਮ ਅਤੇ ਸ਼ਾਮ ਦੋ ਅਲੱਗ-ਅਲੱਗ ਨਾਮ ਨੇ। ਇਹਨਾਂ ਦੋਹਾਂ ਨੂੰ ਜੋੜਨ ਦੇ ਲਈ ਆਪਾਂ ਨੇ ਇੱਕ ਸ਼ਬਦ ਯੂਜ਼ ਕੀਤਾ, ਇੱਕ ਤੀਜਾ ਸ਼ਬਦ ਯੂਜ਼ ਕੀਤਾ ਅਤੇ, ਤਾਂ ਉਹ ਅਤੇ ਸ਼ਬਦ ਕੀ ਬਣ ਗਿਆ? ਆਪਣਾ ਯੋਜਕ। ਠੀਕ ਹੈ ਜੀ। ਇਹ ਤਾਂ ਦੋ ਸ਼ਬਦਾਂ ਨੂੰ ਜੋੜਿਆ। ਕਈ ਵਾਰੀ ਆਪਾਂ ਦੋ ਵਾਕਾਂ ਨੂੰ ਵੀ ਜੋੜਦੇ ਹਾਂ, ਤਾਂ ਜਦੋਂ ਦੋ ਵਾਕਾਂ ਨੂੰ ਜੋੜਨ, ਦੋ ਅਲੱਗ-ਅਲੱਗ ਵਾਕ ਨੇ, ਰਾਮ ਮੇਰਾ ਭਰਾ ਹੈ, ਉਹ ਮੇਰੇ ਤੋਂ ਵੱਡਾ ਹੈ, ਠੀਕ ਹੈ, ਤਾਂ ਆਪਾਂ ਜੇ ਇਹਨਾਂ ਦੋਹੇ ਵਾਕਾਂ ਨੂੰ ਇੱਕੋ ਹੀ ਸੈਂਟੈਂਸ ਬਣਾ ਕੇ ਯੂਜ਼ ਕਰਨਾ ਹੋਵੇ ਤਾਂ ਉਦੋਂ ਆਪਾਂ ਯੂਜ਼ ਕਰਦੇ ਹਾਂ ਯੋਜਕ। ਜਿਵੇਂ ਰਾਮ, ਮੇਰਾ ਸਭ ਤੋਂ ਵੱਡਾ ਭਰਾ ਰਾਮ ਹੈ, ਠੀਕ ਹੈ, ਮੇਰਾ ਸਭ ਤੋਂ ਵੱਡਾ ਭਰਾ ਰਾਮ ਹੈ, ਠੀਕ ਹੈ ਜੀ। ਚਲੋ ਆਪਾਂ ਅੱਗੇ ਕਰਦੇ ਹਾਂ। ਹੁਣ ਜਿਹੜੇ ਇਹ ਯੋਜਕ ਨੇ ਇਹ ਦੋ ਪ੍ਰਕਾਰ ਦੇ ਹੁੰਦੇ ਨੇ। ਇੱਕ ਹੁੰਦੇ ਨੇ ਸਮਾਨ ਯੋਜਕ, ਇੱਕ ਹੁੰਦੇ ਨੇ ਅਧੀਨ ਯੋਜਕ। ਸਮਾਨ ਯੋਜਕ ਅਤੇ ਅਧੀਨ ਯੋਜਕ। ਹੁਣ ਇਹਨਾਂ ਬਾਰੇ ਬਸ ਥੋੜ੍ਹੀ ਸੀ ਨੌਲੇਜ ਲੈ ਲੈਣੀ ਆ ਆਪਾਂ ਨੇ, ਜ਼ਿਆਦਾ ਨਹੀਂ ਇਹਨਾਂ ਬਾਰੇ ਕਰਨਾ, ਕਿਉਂਕਿ ਪੇਪਰ ਵਿੱਚ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਇਹਨਾਂ ਵਿੱਚ ਸਿਰਫ ਤੁਹਾਨੂੰ ਥੋੜ੍ਹਾ ਜਿਹਾ ਬੇਸਿਕਲੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਇੱਕ ਯੋਜਕ ਦੇ ਕੇ ਪੁੱਛ ਲਿਆ ਜਾਵੇ ਕਿ ਇਹ ਸਮਾਨ ਯੋਜਕ ਹੈ ਜਾਂ ਫਿਰ ਅਧੀਨ ਯੋਜਕ ਹੈ, ਜਾਂ ਫਿਰ ਕੁਐਸਚਨ ਇਸ ਤਰੀਕੇ ਨਾਲ ਆ ਸਕਦਾ ਹੈ ਕਿ ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਹੁਣ ਇੱਥੇ ਤੋਂ ਕਲੀਅਰ ਹੋ ਗਿਆ ਕਿ ਦੋ ਪ੍ਰਕਾਰ ਦੇ ਹੁੰਦੇ ਹਨ। ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਜੇਕਰ ਆਪਾਂ ਨੂੰ ਕਦੇ ਇਹ ਪੁੱਛ ਲਿਆ ਜਾਵੇ ਕਿ ਕੋਈ ਇੱਕ ਯੋਜਕ ਦੀ ਕਿਸਮ ਦੇ ਕੇ ਪੁੱਛਿਆ ਜਾਵੇ, ਸ਼ਬਦ ਦੇ ਕੇ ਪੁੱਛਿਆ ਜਾਵੇ ਕਿ ਇਹ ਕਿਹੜੀ ਕਿਸਮ ਦਾ ਹੈ, ਤਾਂ ਤੁਹਾਨੂੰ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਹੈ। ਦੇਖੋ, ਸਮਾਨ ਯੋਜਕ ਹੋ ਗਿਆ ਜਿਹੜੇ ਯੋਜਕ ਬਰਾਬਰ ਦੇ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਜਾਂ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਬਣਾਉਣ, ਉਹ ਸਮਾਨ ਯੋਜਕ ਅਖਵਾਉਂਦੇ ਹਨ, ਠੀਕ ਹੈ। ਹੁਣ ਇਸ ਵਿੱਚ ਆਪਾਂ ਇਸ ਨੂੰ ਈਜ਼ੀਲੀ ਕਿਵੇਂ ਸਮਝ ਸਕਦੇ ਹਾਂ? ਦੋ ਬਰਾਬਰ ਦੇ ਸ਼ਬਦਾਂ ਨੂੰ ਆਪਸ 'ਚ ਜੋੜੇ ਜਾਂ ਦੋ ਬਰਾਬਰ ਦੇ ਵਾਕਾਂ ਨੂੰ। ਹੁਣ ਬਰਾਬਰ ਦੇ ਕਿਵੇਂ ਹੋ ਸਕਦੇ? ਜਿਵੇਂ ਮੈਂ ਸਭ ਤੋਂ ਪਹਿਲਾਂ ਜੋ ਐਗਜ਼ਾਮਪਲ ਲਈ ਸੀ, ਰਾਮ ਅਤੇ ਸ਼ਾਮ। ਦੇਖੋ, ਰਾਮ ਇੱਕ ਇਨਸਾਨ ਹੈ, ਸ਼ਾਮ ਇੱਕ ਇਨਸਾਨ ਹੈ, ਦੋ ਬਰਾਬਰ ਦੀ ਚੀਜ਼ਾਂ ਹੋ ਗਈਆਂ। ਤਾਂ ਆਪਾਂ ਜਦੋਂ ਦੋ ਬਰਾਬਰ ਦੇ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜਾ ਯੋਜਕ ਯੂਜ਼ ਕਰਦੇ ਹਾਂ ਉਸਨੂੰ ਕੀ ਬੋਲਦੇ ਨੇ? ਸਮਾਨ ਯੋਜਕ। ਉਹਨੂੰ ਕੀ ਬੋਲਦੇ ਨੇ? ਸਮਾਨ ਯੋਜਕ। ਜਿਵੇਂ ਇੱਥੇ ਐਗਜ਼ਾਮਪਲ ਦੀ ਹੈ, ਸੋਹਨ ਅਤੇ ਮੋਹਨ ਨੇ ਰੋਟੀ ਖਾਧੀ। ਇੱਥੇ ਅਤੇ, ਦੇਖੋ ਸੋਹਨ ਵੀ ਇੱਕ ਲੜਕਾ ਹੈ, ਇਨਸਾਨ ਹੈ, ਮੋਹਨ ਵੀ ਇੱਕ ਇਨਸਾਨ ਹੈ, ਲੜਕਾ ਹੈ, ਤਾਂ ਦੋਹਾਂ ਨੂੰ ਜੋੜਨ ਦੇ ਲਈ ਅਤੇ ਸ਼ਬਦ ਆਪਾਂ ਨੇ ਯੂਜ਼ ਕੀਤਾ, ਤਾਂ ਇਹ ਅਤੇ ਸ਼ਬਦ ਕੀ ਬਣ ਗਿਆ? ਆਪਣਾ ਸਮਾਨ ਯੋਜਕ। ਹੁਣ ਜਿਹੜੇ ਸਮਾਨ ਯੋਜਕ ਨੇ ਅੱਗੇ ਫਿਰ 4 ਕਿਸਮ ਦੇ ਹੁੰਦੇ ਨੇ। ਪੇਪਰ ਵਿੱਚ ਜ਼ਿਆਦਾ ਡੀਪਲੀ ਇਸ ਬਾਰੇ ਨਹੀਂ ਪੁੱਛਿਆ ਜਾ ਸਕਦਾ, ਬਟ ਫਿਰ ਵੀ ਆਪਾਂ ਇੱਕ ਬੇਸਿਕ ਜੀ ਨੌਲੇਜ ਲਈ ਪਤਾ ਕਰ ਲੈਂਦੇ ਹਾਂ ਕਿ ਸਮਾਨ ਯੋਜਕ ਨੇ ਜਿਹੜੇ ਉਹ 4 ਤਰ੍ਹਾਂ ਦੇ ਹੁੰਦੇ ਨੇ। ਇੱਕ ਹੋ ਗਿਆ ਸਮੁੱਚੀ ਸਮਾਨ ਯੋਜਕ, ਠੀਕ ਹੈ ਜੀ, ਇੱਕ ਹੋ ਗਿਆ ਸਮੁੱਚੀ ਸਮਾਨ ਯੋਜਕ, ਇੱਕ ਹੋ ਗਿਆ ਵਿਕਲਪੀ ਸਮਾਨ ਯੋਜਕ, ਇੱਕ ਹੋ ਗਿਆ ਨਿਖੇਧੀ ਸਮਾਨ ਯੋਜਕ, ਔਰ ਇੱਕ ਹੋ ਗਿਆ ਸੰਕੇਤੀ ਸਮਾਨ ਯੋਜਕ। ਕਾਫੀ ਹੱਦ ਤੱਕ ਤੁਹਾਨੂੰ ਇਹਨਾਂ ਦੇ ਨਾਮ ਤੋਂ ਹੀ ਪਤਾ ਲੱਗ ਜਾਏਗਾ। ਜਿਵੇਂ ਸਮੁੱਚੀ ਸਮਾਨ ਯੋਜਕ ਦੀ ਜੇਕਰ ਆਪਾਂ ਗੱਲ ਕਰੀਏ, ਜਿਹੜੇ ਯੋਜਕ ਦੋ ਸੁਤੰਤਰ ਵਾਕਾਂ ਨੂੰ ਸਧਾਰਨ ਤੌਰ 'ਤੇ ਜੋੜਨ ਉਹ ਸਮੁੱਚੀ ਸਮਾਨ ਯੋਜਕ ਅਖਵਾਉਂਦੇ ਹਨ, ਜਿਵੇਂ ਤੋਂ, ਅਤੇ, ਅਰ ਆਦਿ, ਠੀਕ ਹੈ। ਹੁਣ ਇਸ ਵਿੱਚ ਵੀ ਜ਼ਿਆਦਾ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਦੇਖੋ, ਆਪਾਂ ਨੇ ਜਿਹੜੀ ਸਭ ਤੋਂ ਪਹਿਲਾਂ ਐਗਜ਼ਾਮਪਲ ਲਈ ਸੀ ਨਾ ਯੋਜਕ ਦੀ, ਪਹਿਲਾਂ ਆਪਾਂ ਨੇ ਜਿਹੜੀ ਯੋਜਕ ਦੀ ਡੈਫੀਨੇਸ਼ਨ ਲਈ, ਉਸ ਤੋਂ ਬਾਅਦ ਆਪਾਂ ਨੇ ਸਮਾਨ ਯੋਜਕ ਦੀ ਡੈਫੀਨੇਸ਼ਨ ਲਈ, ਉਸ ਦੇ ਵਿੱਚ ਜਿਹੜੇ ਆਪਾਂ ਨੇ ਯੋਜਕ ਯੂਜ਼ ਕੀਤੇ ਨੇ ਉਹੀ ਸਮੁੱਚੀ ਸਮਾਨ ਯੋਜਕ ਹੁੰਦੇ ਹਨ। ਡੈਫੀਨੇਸ਼ਨ 'ਚ ਵੀ ਇਹੀ ਗੱਲ ਲਿਖੀ ਹੋਈ ਹੈ, ਜਿਹੜੇ ਯੋਜਕ ਦੋ ਸੁਤੰਤਰ ਵਾਕਾਂ ਨੂੰ ਸਧਾਰਨ ਤੌਰ 'ਤੇ ਜੋੜਨ। ਸਧਾਰਨ ਤੌਰ 'ਤੇ ਮਤਲਬ ਕਿ ਉਹਨਾਂ ਵਿੱਚ ਕੋਈ ਕੰਪੀਟੀਸ਼ਨ ਨਾ ਹੋ ਰਿਹਾ ਹੋਵੇ। ਸਿੰਪਲੀ ਆਪਾਂ ਕਹਿ ਦਈਏ, ਜਿਵੇਂ ਆਪਾਂ ਡਿਗਰੀਜ਼ ਯੂਜ਼ ਕਰਦੇ ਹਾਂ ਇੰਗਲਿਸ਼ ਦੇ ਵਿੱਚ, ਤਾਂ ਇੱਕ ਜਿਹੜੀ ਫਸਟ ਹੁੰਦੀ ਹੈ ਉਹਦੇ ਵਿੱਚ ਹੁੰਦੀ ਹੈ ਸਿਰਫ ਸਿੰਪਲੀ ਬੋਲੀ ਜਾਂਦੀ ਹੈ ਕਿ ਆਪਣਾ ਕਿਸੇ ਨਾਲ ਆਪਾਂ ਉਸਦੀ ਕੋਈ ਕੰਪੇਅਰ ਨਹੀਂ ਕਰ ਰਹੇ ਹੁੰਦੇ ਹੈਗੇ। ਦੋਹੇ ਸਮਾਨ ਚੀਜ਼ਾਂ, ਉਹਨਾਂ ਨੂੰ ਜੋੜਿਆ ਗਿਆ। ਇੱਥੇ ਸੇਮ ਉਹੀ ਚੀਜ਼ ਆ ਗਈ, ਹਰਨਾਮ ਅਤੇ ਗੁਰਨਾਮ, ਠੀਕ ਹੈ, ਤਾਂ ਇਹੀ ਚੀਜ਼ ਹੋ ਗਈ ਹੈ ਨਾ।
इस विच ज़्यादा टेंशन लेने की लोड़ नहीं है। समुची समान योजक जिहड़ी योजक की अपने बेसिक डेफिनेशन की सी उही हुंदे ने। फिर अगे आ जांदे ने विकल्पी समान योजक। विकल्पी की हुंदी है चीज़, विकल्प हुंदा आपां नूं जदों एक चीज़ की जगह आपां नूं कोई दूसरी चॉइस मिलती होवे तां आपां उसनूं विकल्पी समान योजक कहंदे आ। ठीक है, विकल्प आपां नूं होर ज़्यादा अल्टरनेटिवली चीज़ां मिलदियां ने। ठीक है, उसका कोई अल्टरनेट हुंदा है तो उन्होंने आप विकल्प बोल दिंदे आ। जिवें जो दो सुतंत्र वाकां या शब्दां नूं इस प्रकार जोड़न कि उन्हां दी परस्पर भाव आपो विच वटांदरा या दोवां विचों एक दा भाव प्रगट होवे तां उन्हां नूं विकल्पी समान योजक कहंदे हन। फॉर एग्जाम्पल, चाहे तू जुर्माना भर चाहे ओ भरे। ठीक है, चॉइस दे दी ना, तुहानूं कहा ना जो अपने चॉइस मिलती होवे उन्होंने बोलते हैं आप समान विकल्पी समान योजक। हुण देखो इत्थे भी तो हैगी है, चाहे तू जुर्माना भर चाहे ओ भरे, तो चाहे वर्ड राही आपां नूं की कहा गया, आपां नूं चॉइस दे दी गई है, तो चाहे की बन गया अपना इत्थे विकल्पी समान योजक। सैकेंड एग्जाम्पल देखते हैं, तू जा नहीं तो ओ जावे। हुण इत्थे भी सेम चीज़ आ गई। हुण आपां एक चॉइस दे रहे हैं, जो मन लो हुण अपनी समझ लो किसी नूं आपां कह रहे हैं गल तू जा या फिर ओ जावेगा, तो आपां की कीता, एक चॉइस दित्ती ना, दो हालतां अगले दे सामने रख दित्तियां, दोहां विचों वो जिहड़ी चुनना चाहे चुन सकदा है। पर आपां ने जिहड़ियां दो हालतां अगले दे सामने रखियां उन्हां दोहां नूं रखण दे लई आपां ने जिहड़े शब्द यूज़ कीते वो की बन गए अपने विकल्पी समान योजक। तो इत्थे की हो गया, नहीं तां, कल्ला नहीं आएगा, कल्ला तां नहीं आएगा इत्थे योजक, इत्थे दोहे जुड़ के आए हुए ने। सो इत्थों एक चीज़ होर क्लीयर हो जाती है कि जिहड़े योजक ने कल्ले या जुड़ के भी आ सकते ने। ठीक है जी, चलो नैक्सट करते हैं। ये इत्थे आपां एग्जाम्पल विच लिखिया होया जो मैं तुहानूं बोल ही दिता है। सो आपां नैक्सट करते हैं निखेधी समान योजक। निखेधी समान योजक किहड़े हो गए, जद समान योजक दो अजिहे सुतंत्र वाकां नूं जोड़न कि उन्हां दा आपसी टाकरा निखेध या विरोध प्रगट होवे तां उसनूं निखेधी समान योजक कहंदे हन। मतलब की है, मतलब दो अजिहे सेंटेंस या दो अजिहे शब्द आपस विच कंपेयर करदे होण, या एक हालात जिवें आपां पॉजिटिव नैगेटिव करदे आ ना, एक सेंटेंस विच पॉजिटिव चीज़ होवे दूसरे विच नैगेटिव होवे, बट दोहां नूं आपस विच जोड़ के एक दूजे नाल उन्हां दा रिलेशन कोई संबंध दिखाया गया होवे, या फिर एक दा दूजे नाल कंपेयर किया गया होवे, या एक दूजे दे बिल्कुल उलट होवे। ठीक है, तो अजिहे शब्द जिहड़े अजिहे दो वाकां नूं जोड़न, एक नैगेटिव होवे ना वाचक, एक पॉजिटिव होवे हाँ वाचक, दोहां नूं जोड़ रहे होण, या फिर एक दूजे दे खिलाफ बोलदा होवे, अजिहे शब्द आपां निखेधी समान योजक विच यूज़ करदे हां। जिवें सगों, पर, परंतु, फिर भी, तां भी, ऐ पर, हत्थों। मतलब ये तो सिंपल जियां ने, बट तुहानूं सेंटेंस के बेस ते तुहानूं पता लग जाएगा कि ये किवें दे हुंदे हन। जिवें वो लायक है पर मेहनती नहीं है। ठीक है, हुण की कह रहे ने, वो लायक है, आपां जे इसनूं एक सिंगल सेंटेंस के तौर पर देखिए, वो लायक है। सैकेंड बोलीए, वो मेहनती नहीं है। हुण दोहां नूं जोड़ के देखिए, वो लायक है। हुण एक आपां नूं याद होवे, आपां इंग्लिश विच सेंटेंस जोड़ने करदे हुंदे सी, वो बड़े डिफिकल्ट लगदे सीगे। उत्थे वर्ड्स लगाउणे पैंदे सी, एंड, वट, बिसाइड। ठीक है, उही वाली चीज़ ये है। तो इत्थे भी आपां ने एक दो सेंटेंस ने उन्हां नूं जोड़ना है, वो लायक है, वो मेहनती नहीं है। हुण इहनूं किवें जोड़ीए, हुण एक जिहड़ा फर्स्ट है वो लायक है, पॉजिटिव सेंटेंस है हाँ वाचक है। ठीक है, दूसरा सेंटेंस है जिहड़ा वो मेहनती नहीं है, नैगेटिव है। तो दोहां नूं जोड़ना किवें आपां ने, तो जोड़ना किस दे नाल है, पर नाल। ठीक है, अगे आपां ये बड़ा ईजी है, जिसनूं ये चीज़ समझ आ गई कि आपां ने दो ओपोजिट सेंटेंसिस नूं एक शब्द राही जोड़ना है। तो जिहड़े शब्द राही जोड़ना है वही अपना की बन जाएगा, निखेधी समान योजक। अगे है अपना संकेती समान योजक, संकेत दिंदा होवे जिहड़ा, ये भी ईजी है, नाम तो ही पता लग रहा है। जिहड़े योजक दो सुतंत्र वाकां नूं इस तरह जोड़न कि पहला वाक कारण अते दूजा कारण प्रगट करे, उसनूं आपां संकेती योजक कहंदे आ। हुण ये की हो गया, मतलब कि एक वाक दे विच तां आपां कारण दसीए कि कारण किस कारण ये काम हो रहा है, या किस कारण कोई काम कर रहा है, दूजे विच दस्सिया जावे कि काम की है। ठीक है, तो उसनूं आपां बोलदे आ संकेती समान योजक। जिवें वो मुंडा झूठा है। ठीक है, पहला आपां कल्ला झूठे तक पढ़ीए जे, वो मुंडा झूठा है, ये की अपना कारण है भी
ਉਹ ਮੁੰਡਾ ਝੂਠਾ ਹੈ। ਅਗਲੀ ਗੱਲ ਉਸ ਤੋਂ ਹੁਣੇ ਕੀ ਹੈ, ਇਹ ਸਿੰਪਲੀ ਇੱਕ ਸਿੰਪਲ ਸੈਂਟੈਂਸ ਵੀ ਬਣਦਾ ਹੈ, ਉਹ ਮੁੰਡਾ ਝੂਠਾ ਹੈ। ਪਰ ਜਦੋਂ ਆਪਾਂ ਇਸ ਨੂੰ ਇਸੇ ਸੈਂਟੈਂਸ ਦੇ ਦੂਸਰੇ ਪਾਰਟ ਨਾਲ ਕੰਪੇਅਰ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਹੈ ਜਿਹੜਾ ਇਹ ਕਾਰਨ ਦੱਸ ਰਿਹਾ ਦੂਸਰੇ ਦਾ, ਇਸ ਲਈ ਭਰੋਸੇਯੋਗ ਨਹੀਂ ਹੈ। ਹੁਣ ਆਪਾਂ ਇਕੱਲਾ ਭਰੋਸੇਯੋਗ ਨਹੀਂ ਹੈ, ਹੁਣ ਇਹਨਾਂ ਨੂੰ ਦੋ ਅਲੱਗ-ਅਲੱਗ ਸੈਂਟੈਂਸ ਬਣਾ ਕੇ ਜੇਕਰ ਆਪਾਂ ਪੜ੍ਹੀਏ, ਉਹ ਮੁੰਡਾ ਝੂਠਾ ਹੈ, ਉਹ ਮੁੰਡਾ ਭਰੋਸੇਯੋਗ ਨਹੀਂ ਹੈ। ਠੀਕ ਹੈ ਜੀ, ਉਹ ਮੁੰਡਾ ਭਰੋਸੇਯੋਗ ਨਹੀਂ ਹੈ। ਕਿਉਂ ਨਹੀਂ ਹੈ ਉਹ ਭਰੋਸੇਯੋਗ? ਕਿਉਂਕਿ ਉਹ ਝੂਠਾ ਹੈ। ਤਾਂ ਕਿਉਂਕਿ ਜਦੋਂ ਤੁਸੀਂ ਕਿਉਂਕਿ ਲਗਾਇਆ ਨਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਇਸ ਦਾ ਪਹਿਲਾ ਜਿਹੜਾ ਸੈਂਟੈਂਸ ਆ ਉੱਥੇ ਤੋਂ ਆਪਾਂ ਨੂੰ ਕਾਰਨ ਪਤਾ ਲੱਗ ਰਿਹਾ ਕਿਉਂ ਭਰੋਸੇਯੋਗ ਨਹੀਂ ਹੈ, ਕਿਉਂਕਿ ਉਹ ਕੀ ਹੈ, ਝੂਠਾ ਹੈ। ਤਾਂ ਇਹ ਕੀ ਬਣ ਗਿਆ, ਕਾਰਨ। ਤਾਂ ਦੂਸਰੇ ਤੋਂ ਕੀ ਪਤਾ ਲੱਗ ਰਿਹਾ ਆਪਾਂ ਨੂੰ, ਆਪਣਾ ਕੰਮ ਕੀ ਹੈ, ਇਹ ਸੈਂਟੈਂਸ ਬੋਲਣ ਦਾ ਮਕਸਦ ਕੀ ਹੈ, ਕਾਰਜ ਕੀ ਹੈ ਆਪਣਾ, ਆਪਾਂ ਕਿਉਂ ਬੋਲ ਰਹੇ ਹਾਂ ਕਿ ਉਹ ਝੂਠਾ ਹੈ, ਕਿਉਂਕਿ ਆਪਾਂ ਇਹ ਸਿੱਧ ਕਰਨਾ ਚਾਹੁੰਦੇ ਹਾਂ ਕਿ ਉਹ ਭਰੋਸੇਯੋਗ ਨਹੀਂ ਹੈ। ਜਦੋਂ ਆਪਾਂ ਨੇ ਵਰਡ ਬੋਲ ਦਿੱਤਾ ਇਸ ਲਈ ਭਰੋਸੇਯੋਗ ਨਹੀਂ ਹੈ ਜਾਂ ਫਿਰ ਉਹ ਭਰੋਸੇਯੋਗ ਨਹੀਂ ਹੈ, ਤਾਂ ਇੱਥੋਂ ਤੋਂ ਆਪਾਂ ਨੂੰ ਸਪਸ਼ਟ ਹੋ ਗਿਆ, ਬਿਲਕੁਲ ਕਲੀਅਰ ਹੋ ਗਿਆ ਕਿ ਆਪਣਾ ਮਕਸਦ ਹੈ ਇਸ ਗੱਲ ਨੂੰ ਬੋਲਣ ਦਾ ਕਿ ਉਹ ਝੂਠਾ ਹੈ। ਤਾਂ ਇੱਥੋਂ ਤੋਂ ਆਪਣਾ ਕਾਰਜ ਪ੍ਰਗਟ ਹੋ ਗਿਆ। ਠੀਕ ਹੈ, ਤਾਂ ਇਹ ਦੋ ਅਲੱਗ, ਉਹ ਮੁੰਡਾ ਝੂਠਾ ਹੈ, ਉਹ ਭਰੋਸੇਯੋਗ ਨਹੀਂ ਹੈ। ਆਪਾਂ ਨੇ ਦੋ ਵਾਰੀ ਉਹ ਲਗਾਇਆ, ਤਾਂ ਉਸ ਦੂਸਰੇ ਵਾਲੇ ਉਹ ਨੂੰ ਹਟਾਉਣ ਦੇ ਲਈ ਆਪਾਂ ਇੱਕ ਹੋਰ ਵਰਡ ਯੂਜ਼ ਕਰ ਲਿਆ, ਇਸ ਲਈ। ਤਾਂ ਇਹ ਇਸ ਲਈ ਕੀ ਬਣ ਗਿਆ ਆਪਣਾ, ਇਸ ਲਈ ਕੀ ਬਣ ਗਿਆ ਆਪਣਾ ਸੰਕੇਤੀ ਸਮਾਨ ਯੋਜਕ। ਚਲੋ ਜੀ ਨੈਕਸਟ ਕਰਦੇ ਹਾਂ। ਨੈਕਸਟ ਹੈ ਅਧੀਨ ਯੋਜਕ। ਆਪਾਂ ਨੇ ਦੋ ਤਰ੍ਹਾਂ ਦੇ ਯੋਜਕ ਪੜ੍ਹੇ ਸੀ ਕਿ ਇਹ ਪਹਿਲੇ ਵਾਲੇ ਯੋਜਕ ਦੀਆਂ 4 ਕਿਸਮਾਂ ਨੇ, ਹੁਣ ਦੂਸਰੇ ਵਾਲਾ ਅਧੀਨ ਯੋਜਕ। ਅਧੀਨ ਕੀ ਹੁੰਦਾ ਹੈ, ਆਪਾਂ ਜਦੋਂ ਕਿਸੇ ਦੇ ਅੰਡਰ ਕੰਮ ਕਰਦੇ ਹਾਂ ਤਾਂ ਆਪਾਂ ਕਹਿੰਦੇ ਨੇ ਕਿ ਆਪਾਂ ਉਹਨਾਂ ਦੇ ਅੰਡਰ ਕੰਮ ਕਰਦੇ ਹਾਂ, ਆਪਾਂ ਉਹਦੇ ਅਧੀਨ ਕੰਮ ਕਰਦੇ ਹਾਂ। ਜਿਵੇਂ ਆਪਾਂ ਕਿਸੇ ਆਫਿਸ 'ਚ ਕੰਮ ਕਰਦੇ ਹਾਂ, ਲਾਈਕ ਆਪਾਂ ਕਰਦੇ ਹਾਂ ਅੱਗੇ ਅਧੀਨ ਯੋਜਕ। ਆਪਾਂ ਨੇ ਪਹਿਲਾਂ ਪੜ੍ਹਿਆ ਸੀ ਯੋਜਕ ਦੋ ਤਰ੍ਹਾਂ ਦੇ ਹੁੰਦੇ ਨੇ, ਅਤੇ ਉਹਨਾਂ ਵਿੱਚੋਂ ਜਿਹੜਾ ਪਹਿਲੇ ਨੰਬਰ ਦਾ ਯੋਜਕ ਸੀ ਉਹ 4 ਕਿਸਮਾਂ ਦਾ ਸੀ, ਕਨਫਿਊਜ਼ ਨਹੀਂ ਹੋਣਾ। ਹੁਣ ਆਪਾਂ ਅਧੀਨ ਯੋਜਕ ਦੀ ਗੱਲ ਕਰਨ ਲੱਗੇ ਹਾਂ। ਅਧੀਨ ਯੋਜਕ ਕੀ ਹੁੰਦੇ ਨੇ, ਜਦੋਂ ਇੱਕ ਵਾਕ ਆਪਣੇ ਆਪ 'ਚ ਸੁਤੰਤਰਲੀ ਬੋਲਿਆ ਜਾ ਸਕਦਾ। ਆਪਾਂ ਮੰਨ ਲਓ ਕਿਸੇ ਨਾਲ ਕੋਈ ਗੱਲ ਕਰ ਰਹੇ ਹਾਂ, ਆਪਾਂ ਨੇ ਇੱਕ ਸੈਂਟੈਂਸ ਐਸਾ ਕਿਹਾ ਕਿ ਉਹ ਇਕੱਲਾ ਸੈਂਟੈਂਸ ਜੇ ਬੋਲਿਆ ਜਾਵੇ, ਉਸ ਤੋਂ ਬਾਅਦ ਕੁਝ ਵੀ ਨਾ ਬੋਲਿਆ ਜਾਵੇ, ਤਾਂ ਵੀ ਉਸ ਦਾ ਕੁਝ ਨਾ ਕੁਝ ਮੀਨਿੰਗ ਨਿਕਲਦਾ ਹੈ। ਔਰ ਦੂਸਰਾ ਵਾਕ ਜੇ ਆਪਾਂ ਬੋਲੀਏ ਔਰ ਉਹ ਪਹਿਲੇ ਵਾਲੇ 'ਤੇ ਡਿਪੈਂਡਡ ਹੋਵੇ, ਦੂਸਰੇ ਵਾਕ ਦੀ ਆਪਣੇ ਆਪ 'ਚ ਕੋਈ ਮੀਨਿੰਗ ਨਹੀਂ ਹੁੰਦਾ, ਪਰ ਜਦੋਂ ਤੱਕ ਆਪਾਂ ਉਸਨੂੰ ਪਹਿਲੇ ਵਾਲੇ ਸੈਂਟੈਂਸ ਨਾਲ ਅਟੈਚ ਕਰਕੇ ਨਹੀਂ ਬੋਲਦੇ, ਜੋੜ ਕੇ ਨਹੀਂ ਬੋਲਦੇ, ਉਦੋਂ ਤੱਕ ਉਸ ਇਕੱਲੇ ਦਾ ਕੋਈ ਵੀ ਮੀਨਿੰਗ ਨਹੀਂ ਨਿਕਲਦਾ। ਤਾਂ ਜਦੋਂ ਆਪਾਂ ਐਵੇਂ ਦੇ ਦੋ ਵਾਕ, ਇੱਕ ਵਾਕ ਜਿਸ ਦਾ ਮੀਨਿੰਗ ਹੈ, ਦੂਸਰਾ ਵਾਕ ਜਿਸ ਦਾ ਮੀਨਿੰਗ ਨਹੀਂ ਹੈ, ਉਹਨਾਂ ਦੋਹਾਂ ਨੂੰ ਆਪਸ ਵਿੱਚ ਜੋੜਦੇ ਹਾਂ ਤਾਂ ਉਦੋਂ ਕੀ ਬਣਦੇ ਨੇ, ਅਧੀਨ ਯੋਜਕ। ਠੀਕ ਹੈ ਜੀ, ਹੁਣ ਇਸ ਦੇ ਵਿੱਚ ਆਪਾਂ ਪਹਿਲਾਂ ਡੈਫੀਨੇਸ਼ਨ ਦੇਖ ਲੈਂਦੇ ਹਾਂ। ਜਿਹੜੇ ਯੋਜਕ ਅਧੀਨ ਉਪਵਾਕਾਂ ਨੂੰ ਪ੍ਰਧਾਨ ਉਪਵਾਕਾਂ ਨਾਲ ਜੋੜ ਕੇ ਮਿਸ਼ਰਤ ਵਾਕ ਬਣਾਉਣ, ਉਸਨੂੰ ਅਧੀਨ ਯੋਜਕ ਅਖਵਾਉਂਦੇ ਹਨ। ਜਿਵੇਂ ਹੁਣ ਦੇਖੋ, ਪਹਿਲੀ ਗੱਲ ਇਹਨਾਂ ਨੇ ਕੀ ਬੋਲਦੀ, ਇੱਥੇ ਦੋ ਨਵੇਂ ਸ਼ਬਦ ਯੂਜ਼ ਆਏ ਨੇ। ਇੱਕ ਤਾਂ ਹੋ ਗਿਆ ਅਧੀਨ ਉਪਵਾਕ, ਇੱਕ ਹੋ ਗਿਆ ਪ੍ਰਧਾਨ ਉਪਵਾਕ। ਅਧੀਨ ਉਪਵਾਕ ਤੇ ਪ੍ਰਧਾਨ, ਪਹਿਲਾਂ ਪ੍ਰਧਾਨ ਸਮਝੋ, ਜਿਹੜਾ ਸੈਂਟੈਂਸ ਇਕੱਲੇ ਤੌਰ 'ਤੇ ਆਪਣਾ ਮੀਨਿੰਗ ਦੱਸ ਸਕਦਾ ਹੈ, ਉਸ ਦੇ ਇਕੱਲੇ ਸੈਂਟੈਂਸ ਤੋਂ ਉਸ ਦਾ ਮੀਨਿੰਗ ਪ੍ਰਗਟ ਹੋ ਜਾਂਦਾ, ਉਸਨੂੰ ਪ੍ਰਧਾਨ ਉਪਵਾਕ ਕਹਿੰਦੇ ਆ। ਦੂਸਰਾ ਅਧੀਨ ਉਪਵਾਕ ਕਿਹੜਾ ਹੋ ਗਿਆ, ਜਿਸ ਦਾ ਮੀਨਿੰਗ ਪ੍ਰਧਾਨ ਵਾਕ 'ਤੇ ਡਿਪੈਂਡ ਕਰਦਾ ਹੈ। ਜੇਕਰ ਆਪਾਂ ਪ੍ਰਧਾਨ ਉਪਵਾਕ ਨਾ ਬੋਲੀਏ, ਸਿੱਧਾ ਅਧੀਨ ਉਪਵਾਕ ਬੋਲ ਦਈਏ, ਤਾਂ ਆਪਾਂ ਨੂੰ ਸਮਝ ਨਹੀਂ ਆਉਣਾ ਹੈਗਾ ਇਹਦਾ ਕੀ ਮੀਨਿੰਗ ਹੈ। ਠੀਕ ਹੈ, ਇਸ ਕਰਕੇ ਆਪਾਂ ਨੇ ਪ੍ਰਧਾਨ ਉਪਵਾਕ ਦੇ ਨਾਲ ਜਦੋਂ ਅਧੀਨ ਉਪਵਾਕ ਨੂੰ ਯੂਜ਼ ਕਰਨਾ, ਤੇ ਦੋਹਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜੇ ਸ਼ਬਦ ਯੂਜ਼ ਕਰਨੇ ਨੇ ਉਹ ਅਧੀਨ ਯੋਜਕ ਅਖਵਾਉਂਦੇ ਨੇ। ਠੀਕ ਹੈ ਜੀ, ਚਲੋ ਆਪਾਂ ਕਰਕੇ ਦੇਖਦੇ ਹਾਂ, ਥੋੜ੍ਹਾ ਅੱਗੇ ਕਰਦੇ ਹਾਂ। ਐਗਜ਼ਾਮਪਲ ਦੇ ਲਈ, ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ। ਠੀਕ ਹੈ ਜੀ, ਹੁਣ ਜੇ ਮੈਂ ਐਗਜ਼ਾਮਪਲ ਲਓ, ਸਪੋਜ਼ ਕਰੋ ਜੇ ਮੈਂ ਬੋਲ ਦੇਵਾਂ ਸਭ ਜਾਣਦੇ ਹਨ, ਕੀ ਜਾਣਦੇ ਹਨ, ਤੁਸੀਂ ਵੀ ਸੋਚੀ ਜਾਓਗੇ ਕੀ ਜਾਣਦੇ ਆ, ਨਹੀਂ ਸਮਝ ਆਏਗਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਇਹਨੂੰ ਛੱਡ ਦਈਏ ਬਿਲਕੁਲ ਹੀ। ਜੇ ਮੈਂ ਇਕੱਲਾ ਇਹ ਬੋਲਣਾ ਪੜ੍ਹਨਾ ਚੰਗਾ ਕੰਮ ਹੈ, ਸਾਰਿਆਂ ਨੇ ਮੰਨ ਲੈਣਾ ਜਾਂ ਨਹੀਂ ਮੰਨਣਗੇ, ਬਟ ਸਮਝ ਤਾਂ ਆ ਜਾਏਗਾ ਕਿ ਮੈਂ ਬੋਲਣਾ ਕੀ ਚਾਹ ਰਹੀ ਹਾਂ, ਪੜ੍ਹਨਾ ਚੰਗਾ ਕੰਮ ਹੈ। ਠੀਕ ਹੈ ਜੀ, ਪੜ੍ਹਨਾ ਚੰਗਾ ਕੰਮ ਹੈ ਆਪਣੇ ਆਪ ਵਿੱਚ ਇੱਕ ਸੁਤੰਤਰ ਵਾਕ ਹੈ। ਇਸ ਨੂੰ ਕਿਸੇ ਦੀ ਵੀ ਹੈਲਪ ਦੀ ਲੋੜ ਨਹੀਂ ਸਮਝਾਉਣ ਦੇ ਲਈ, ਇਹਦਾ ਮੀਨਿੰਗ ਸਪਸ਼ਟ ਕਰਨ ਦੇ ਲਈ। ਪਰ ਜਿਹੜਾ ਦੂਸਰਾ ਹੈ ਸਭ ਜਾਣਦੇ ਹਨ, ਇਹ ਆਪਾਂ ਨੂੰ ਦੱਸਣਾ ਪਏਗਾ ਕਿ ਆਪਾਂ ਇਹ ਕਿਉਂ ਬੋਲ ਰਹੇ ਹਾਂ, ਕਿਸ ਸੈਂਸ ਵਿੱਚ ਬੋਲ ਰਹੇ ਹਾਂ, ਕਿਸ ਲਈ ਬੋਲ ਰਹੇ ਹਾਂ, ਆਪਣਾ ਮਕਸਦ ਕੀ ਹੈ। ਇਹ ਸਭ ਜਾਣਦੇ ਹਨ, ਇਹਦਾ ਇਕੱਲੇ ਤੋਂ ਕੋਈ ਮੀਨਿੰਗ ਨਹੀਂ ਹੈ, ਇਸ ਨੂੰ ਕਹਿਣ ਦਾ ਕੁਝ ਨਾ ਕੁਝ ਮੀਨਿੰਗ ਹੈ। ਠੀਕ ਹੈ ਜੀ, ਤਾਂ ਇਸ ਦੋਹੇ ਸੈਂਟੈਂਸਸ ਨੂੰ ਜੋੜਨ ਦੇ ਲਈ ਆਪਾਂ ਨੇ ਇੱਕ ਵਰਡ ਯੂਜ਼ ਕੀਤਾ, ਇੱਕ ਸ਼ਬਦ ਯੂਜ਼ ਕੀਤਾ, ਕੀ। ਤਾਂ ਕੀ ਸ਼ਬਦ ਨੂੰ ਆਪਾਂ ਨੇ ਬੋਲਣਾ ਹੈ। ਠੀਕ ਹੈ ਜੀ, ਨੈਕਸਟ ਹੈ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਕਿਰਤ ਕਰਕੇ ਖਾਓ। ਹੁਣ ਇਸ ਵਿੱਚ ਆਪਾਂ ਜੇਕਰ ਪਹਿਲੇ ਵਾਲੇ ਸੈਕਿੰਡ ਸੈਂਟੈਂਸ ਦੇਖੋ, ਕਿਰਤ ਕਰਕੇ ਖਾਓ, ਜੇਕਰ ਆਪਾਂ ਇਕੱਲਾ ਵੀ ਕਿਸੇ ਨੂੰ ਬੋਲੀਏ ਨਾ ਕਿਰਤ ਕਰਕੇ ਖਾਓ, ਤਾਂ ਉਸਨੂੰ ਮੀਨਿੰਗ ਸਪਸ਼ਟ ਹੋ ਜਾਏਗਾ ਕਿ ਮਿਹਨਤ ਕਰਨ ਲਈ ਮੈਨੂੰ ਕਿਹਾ ਜਾ ਰਿਹਾ ਹੈ।
ठीक है, करे या ना करे अगले की इच्छा है, बट आप एक इस सेंटेंस तो क्लीयर हो जाएगा कि आपां नूं कहा जा रहा है किरत करके खाना चाहिए है। जेकर आप दूसरे सेंटेंस वाल जाइए, गुरु जी ने उपदेश दिता, आप इन्ना क बोल के रुक जाइए, कुछ ना बोलीए तो किसी नूं कुछ नहीं समझ आएगा कि की बोलिया जा, की उपदेश दिता। सारे सोचणगे आप एक शब्द बोल दिता, गुरु जी ने उपदेश दिता, एक सेंटेंस बोलिया, फिर उस तो बाद पुछणगे तो सही आपां नूं की उपदेश दिता। इट मीनस ये अपने आप विच अधूरा वाक है, यह पूरा वाक है। ठीक है, ਜਦੋਂ एक पूरा या सुतंत्र वाक किसी दूसरे वाक के मीनिंग नूं स्पष्ट करे और दोनों नूं जोड़न दे लई जिहड़ा शब्द यूज़ किया जाता है वो अपना अधीन वाक हुंदा है। ठीक है जी, अधीन योजक हुंदा है। ठीक है, नैक्सट अगली एग्जाम्पल है, तुसीं खुद ही समझ लेना। 3-4 एग्जाम्पल्स दित्तियां होईयां ने, तुसीं खुद पढ़ लिओ। एक बार मैं पढ़ दिंदी हूँ, इसमें एक्सप्लेन नहीं करते, फिर वीडियो बहुत लंबी हो जाएगी। और वीडियो लंबी तो याद आया, प्लीज़ जेकर तुसी मेरे चैनल नूं सबसक्राइब नहीं किया तो सबसक्राइब कर दो, लाइक कर दो, शेयर कर दो और कमेंट करना ना भूलियो, क्योंकि अज की वीडियो मैं बहुत मेहनत नाल बनाई है। ठीक है जी, चलो नैक्सट करते हैं। वीडियोज़ तो वैसे सारियां मेहनत नाल करते हैं, पर अज दी विच मैं बहुत ज़्यादा जोर लगा दिता है, बहुत दिनों तो तैयारी कर रही हूँ। नैक्सट है ये सारा कुछ जो मैं समझा चुकी हाँ, कर चुकी हाँ आपां, वो हो गया है। जिवें आपां ने पहले वाला योजक सी वो 4 तरह का सी, हुण ये अधीन योजक है जिहड़ा ये 7 तरह का हुंदा है। 7 तरह का हुंदा है। समानवाचक अधीन योजक, कारणवाचक, फलवाचक, मंतववाचक, शर्तवाचक, विरोधवाचक ते तुलनावाचक। हुण इस विच इन्ना ज़्यादा कन्फ्यूज़ होने की लोड़ नहीं है, सिर्फ नाम तो ही स्पष्ट हो रहा है। जिवें समानवाचक अधीन योजक, जो दो समान वाक होण उन्हां नूं जोड़े तो उसनूं समान अधीन योजक कहते हैं। हुण तुसीं पहलां वाले जिहड़े आपां ने योजक कीता सी उन्हां नूं पढ़े तो कन्फ्यूज़ हो जाते हैं। वो भी समान सेंटेंसिस नूं वाकां नूं जोड़दे सी या शब्दां नूं जोड़दे सीगे, ते ये भी जोड़दा है, तो फिर फर्क ही होया। चलो आप एक बार फिर पढ़ ही लैंदे। मैं सोचा सी तुहानूं थोड़ा जिहा ही करावांगी, बट मैनूं पता कन्फ्यूज़ हो जाना, सो आपां थोड़ा सा अगे पढ़ लैंदे। समानवाचक अधीन योजक, जदों कोई अधीन उपवाक प्रधान उपवाक दे किसी शब्द की व्याख्या करे तो उस समान अधीन योजक कहवांदा है। जिवें की, जू, पई, जिकर आदि समान अधिकरण योजक या समान अधीन योजक होंदे हन। ये सच है कि चोर दे पैर नहीं होंदे। ठीक है जी, हुण इस विच आपां इहनूं जिहड़ा आपां सब तो पहला समान योजक पढ़िया सी ते यह हैगा समानवाचक अधीन योजक। इन्हां विच डिफरेंस की है, उस विच दो समान शब्दां नूं आपां अते शब्द नाल, मोस्टली अते नाल आपां डिफरेंट एक दूजे तो अलग करते हैं। बट ये की होंदा, एक दा दूजे दे नाल कोई ना कोई कारणवश होंदा। उहदे विच दोने सी, वो दोने अपने सुतंत्र वाक सी एक दूजे नाल। जिवें राम लड़का है, श्याम लड़का है, राम अते श्याम दोनों लड़के हैं। हुण आपां ने पहले च राम लड़का है, ये भी एक सुतंत्र वाक है। श्याम एक लड़का है, ये भी एक सुतंत्र वाक है। दोहां नूं अते शब्द लगा के आपां ने जोड़ दिता सीगा। तां इट मीनस जिहड़े दो अलग अलग वाक सी उन्हां दोहां दा आपस विच कोई ना कोई मीनिंग निकलदा सी। जेकर आपां एक सेंटेंस नूं अलग बोलीए, दूसरे नूं अलग बोलीए, तो दोहां दा अलग अलग अपना अपना मीनिंग सी। बट इत्थे की हुंदा है, एक वाक दा दूजे तो बिना मीनिंग नहीं हुंदा। एक दा हुंदा है, दूसरा जिहड़ा आपां ने वाक बोलना उसका पहले वाले वाक तो बिना कोई मीनिंग नहीं हुंदा। इस करके ये अधीन, समान, अधीन प्लस समानवाचक योजक होंदे हैं। जिवें कोई अधीन उपवाक प्रधान उपवाक दे किसी शब्द की व्याख्या करे तो वह समान अधीनवाचक हुंदा है। किवें उपवाक दी कोई कारण दसे। ठीक है, एक उपवाक हो गया, प्रधान उपवाक हो गया, ठीक है, जिसका अपना मीनिंग है, उसके नाल लगदा ही कोई कारण या उसनूं डिफाइन करदा होवे, उसनूं आपां बोल दिंदे हैं समानवाचक अधीन योजक। अगे आ गया अपना कारणवाचक योजक। जदों अधीन उपवाक प्रधान उपवाक की किरिया का कारण दसे तो वह कारणवाचक अधीन योजक अखवाउंदा है। ये भी क्लीयर है। जिवें आपां हमेशा जिहड़ा प्रधान उपवाक हुंदा ना दूजे नंबर ते हुंदा, तो दूजे नंबर ते वाले नूं पहले नंबर ते जिहड़ा सेंटेंस आ रहा उसकी व्याख्या करे। या कई बार की हुंदा कि पहले नंबर ते जिहड़ा आपां नूं सेंटेंस दिता वो भी अपना प्रधान उपवाक हुंदा है ते उसकी व्याख्या दूजे नंबर वाला सेंटेंस करता है, तो आपां नूं कोई कारण दसदा है तो उसनूं कारणवाचक योजक कह दिंदे ने। जिवें कि मुंडा हसदा है क्योंकि वह परीक्षा विच सफल है, मुंडा हसदा है क्योंकि वह बहुत खुश है, मुंडा हसदा है या कुड़ी हसदी है, कोई भी हसदा है क्योंकि उन्होंने अपनी मनोरथ पूरा कर लिया है। तो की हो गया, एक पहला एक सेंटेंस मुंडा हसदा है कंप्लीट है, इसनूं किसी दी दूसरे की हैल्प की लोड़ नहीं है। ठीक है,
ਉਹ ਪ੍ਰੀਖਿਆ ਵਿੱਚ ਸਫਲ ਹੈ। ਕੌਣ ਸਫਲ ਹੈ? ਮੁੰਡਾ ਸਫਲ ਹੈ। ਤਾਂ ਸੈਕਿੰਡ ਵਾਲਾ ਸੈਂਟੈਂਸ ਪਹਿਲੇ ਵਾਲੇ ਸੈਂਟੈਂਸ ਦੀ ਮਦਦ ਤੋਂ ਬਿਨਾਂ ਕੰਪਲੀਟ ਨਹੀਂ ਹੁੰਦਾ। ਹੁਣ ਕੰਪਲੀਟ ਜੇ ਆਪਾਂ ਸੋਚਿਆ ਜਾਵੇ ਦੋਨੋਂ ਹੀ ਨਹੀਂ ਹੋ ਰਹੇ, ਇੱਥੇ ਕਿਉਂ ਨਹੀਂ ਹੋ ਰਹੇ? ਮੁੰਡਾ ਹੱਸਦਾ ਹੈ, ਆਪਾਂ ਕਾਰਨ ਤਾਂ ਪੁੱਛਾਂਗੇ ਕਿਉਂ। ਤਾਂ ਜਿਹੜਾ ਕਿਉਂ ਸ਼ਬਦ ਹੈ ਇਹ ਇੱਥੇ ਕਾਰਨ ਦੱਸ ਰਿਹਾ ਹੈ ਇਸ ਮੁੰਡੇ ਦੇ ਹੱਸਣ ਦਾ। ਠੀਕ ਹੈ ਜੀ। ਤਾਂ ਜਿਹੜਾ ਇਹ ਕਾਰਨ ਦੱਸਿਆ ਜਾ ਰਿਹਾ ਹੈ ਇੱਥੇ ਤੋਂ ਆਪਾਂ ਨੂੰ ਪਤਾ ਲੱਗ ਗਿਆ ਇਹ ਕਾਰਨਵਾਚਕ ਯੋਜਕ ਹੈ ਤਾਂ ਦੋਨੋਂ ਅਲੱਗ-ਅਲੱਗ ਸੈਂਟੈਂਸ। ਮੁੰਡਾ ਹੱਸਦਾ ਹੈ, ਉਹ ਪ੍ਰੀਖਿਆ ਵਿੱਚੋਂ ਸਫਲ ਹੋ ਗਿਆ। ਠੀਕ ਹੈ। ਇਹਨਾਂ ਦੋਹਾਂ ਨੂੰ ਜੋੜਨ ਲਈ ਆਪਾਂ ਨੇ ਕਿਹੜਾ ਸ਼ਬਦ ਯੂਜ਼ ਕੀਤਾ? ਕਿਉਂਕਿ। ਤਾਂ ਇਹ ਕਿਉਂਕਿ ਬਣ ਗਿਆ ਯੋਜਕ। ਹੁਣ ਦੇਖੋ ਆਪਾਂ ਨੇ ਯੋਜਕ ਦੀ ਇੱਕ ਬੇਸਿਕ ਡੈਫੀਨੇਸ਼ਨ ਕੀ ਕੀਤੀ ਹੈ? ਜਿਹੜਾ ਦੋ ਸੈਂਟੈਂਸਾਂ ਨੂੰ ਜੋੜੇ। ਤਾਂ ਇਹ ਦੋਨੋਂ ਸੈਂਟੈਂਸਸ ਨੂੰ ਜੋੜਨ ਦੇ ਲਈ ਆਪਾਂ ਨੇ ਕਿਹੜਾ ਸ਼ਬਦ ਯੂਜ਼ ਕੀਤਾ? ਕਿਉਂਕਿ। ਹੁਣ ਆਪਾਂ ਨੇ ਸਿਰਫ ਇਹ ਦੇਖਣਾ ਹੈ ਕਿ ਇਹ ਹੈ ਕਿਹੜਾ ਸੈਂਟੈਂਸ। ਤਾਂ ਇਹ ਸੈਂਟੈਂਸ ਕੀ ਹੈ ਜਿਹੜਾ ਕਾਰਨ ਦੱਸ ਰਿਹਾ ਆਪਾਂ ਨੂੰ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ ਫਲਵਾਚਕ। ਜਦੋਂ ਆਪਾਂ ਨੂੰ ਜਦੋਂ ਇੱਕ ਸੈਂਟੈਂਸ ਤੋਂ ਦੂਜੇ ਦੇ ਪਤਾ ਲੱਗੇ ਆਪਾਂ ਨੂੰ ਫਲ ਦਾ। ਠੀਕ ਹੈ। ਅੱਜ ਆਪਾਂ ਸਿਰਫ ਯੋਜਕ ਹੀ ਕਰਦੇ ਹਾਂ। ਪਹਿਲਾਂ ਮੈਂ ਸੋਚਿਆ ਸੀ ਪੂਰੇ ਕਰਾ ਦੇਵਾਂਗੀ ਤਿੰਨੋਂ ਹੀ ਟੌਪਿਕਸ, ਬਟ ਵੀਡੀਓ ਬਹੁਤ ਲੰਬੀ ਹੁੰਦੀ ਜਾ ਰਹੀ ਹੈ, ਸੋ ਆਪਾਂ ਸਿਰਫ ਅੱਜ ਯੋਜਕ ਹੀ ਕਰਦੇ ਹਾਂ। ਤਾਂ ਫਲਵਾਚਕ ਯੋਜਕ ਕੀ ਹੋ ਗਿਆ? ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਜਾਂ ਫਲ ਜਾਂ ਨਤੀਜਾ ਦੱਸੇ ਉਸ ਨੂੰ ਆਪਾਂ ਬੋਲਦੇ ਹਾਂ ਫਲਵਾਚਕ ਯੋਜਕ। ਜਿਵੇਂ ਅੰਗਰੇਜ਼ਾਂ ਨੇ ਪੰਜਾਬ ਨੂੰ ਅਜਿਹਾ ਲੁੱਟਿਆ ਜੋ ਉਹ ਕੰਗਾਲ ਹੋ ਗਿਆ। ਠੀਕ ਹੈ। ਅੰਗਰੇਜ਼ਾਂ ਨੇ ਪੰਜਾਬ ਨੂੰ ਅਜਿਹਾ ਲੁੱਟਿਆ। ਇੱਥੇ ਜੋ ਵਰਡ ਯੂਜ਼ ਕੀਤਾ ਗਿਆ ਬਹੁਤ ਜ਼ਿਆਦਾ ਪੁਰਾਣੀ ਪੰਜਾਬੀ ਹੈ। ਆਪਾਂ ਇਸ ਨੂੰ ਐਵੇਂ ਹੀ ਕਹਿ ਸਕਦੇ ਹਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਇੰਨਾ ਲੁੱਟਿਆ ਕਿ ਇਹ ਕੰਗਾਲ ਹੋ ਗਿਆ। ਤਾਂ ਕੇ ਵਰਡ ਵੀ ਇੱਕ ਤਰੀਕੇ ਨਾਲ ਆਪਣਾ ਯੋਜਕ ਬਣ ਜਾਏਗਾ। ਇੱਥੇ ਜੋ ਸ਼ਬਦ ਵੀ ਇੱਥੇ ਕੀ ਹੋ ਗਿਆ? ਪਹਿਲਾਂ ਇੱਕ ਕੰਮ ਦੱਸਿਆ ਗਿਆ, ਫਿਰ ਉਸ ਕੰਮ ਦਾ ਨਤੀਜਾ ਦੱਸਿਆ ਗਿਆ। ਕੰਮ ਕੀ ਹੈ? ਅੰਗਰੇਜ਼ਾਂ ਨੇ ਲੁੱਟਿਆ ਹੈ। ਫਿਰ ਉਸਦਾ ਨਤੀਜਾ ਕੀ ਨਿਕਲਿਆ ਕਿ ਪੰਜਾਬ ਕੰਗਾਲ ਹੋ ਗਿਆ ਹੈ। ਤਾਂ ਇੱਥੇ ਇਹ ਸ਼ਬਦ ਜਿਹੜਾ ਜੂ ਆਇਆ ਹੈ ਜਾਂ ਕੀ ਵੀ ਬੋਲ ਸਕਦੇ ਸੀ, ਇਹ ਕੀ ਬਣ ਗਿਆ? ਆਪਣਾ ਫਲਵਾਚਕ ਯੋਜਕ। ਫਿਰ ਅੱਗੇ ਆ ਗਿਆ ਮੰਤਵਵਾਚਕ ਯੋਜਕ। ਮੰਤਵਵਾਚਕ ਕੀ ਹੁੰਦਾ ਹੈ? ਜਦੋਂ ਆਪਾਂ ਨੂੰ ਇੱਕ ਸੈਂਟੈਂਸ ਦੂਜੇ ਦਾ ਕਾਰਨ ਦੱਸੇ। ਠੀਕ ਹੈ ਜੀ। ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਜਾਂ ਮਨੋਰਥ ਜਾਂ ਮੰਤਵ ਦੱਸੇ ਤਾਂ ਉਹ ਮੰਤਵ ਅਧੀਨ ਯੋਜਕ ਹੁੰਦਾ ਹੈ। ਦਿਲ ਲਾ ਕੇ ਮਿਹਨਤ ਕਰੋ ਤਾਂ ਜੋ ਪਾਸ ਹੋ ਜਾਓ। ਤਾਂ ਇੱਥੇ ਤਾਂ ਜੋ ਸ਼ਬਦ ਕੀ ਆ ਗਿਆ? ਆਪਣਾ ਮੰਤਵਵਾਚਕ ਯੋਜਕ। ਠੀਕ ਹੈ ਜੀ। ਨੈਕਸਟ ਕਰਦੇ ਹਾਂ, ਥੋੜਾ ਕਾਹਲੀ ਨਾਲ ਚੱਲਦੇ ਹਾਂ, ਫਾਸਟ ਚੱਲਦੇ ਹਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਰਹੀ ਹੈ। ਫਿਰ ਤੁਸੀਂ ਇੰਨੀ ਲੰਬੀ ਦੇਖਣੀ ਨਹੀਂ ਕਿਉਂਕਿ ਜਦੋਂ ਲੰਬੀ ਵੀਡੀਓ ਹੁੰਦੀ ਤੁਹਾਡਾ ਇੰਟਰਸਟ ਘੱਟ ਜਾਂਦਾ ਹੈ। ਅੱਗੇ ਆ ਗਿਆ ਸ਼ਰਤਵਾਚਕ ਯੋਜਕ। ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਸ਼ਰਤ ਦਾ ਸਿੱਟਾ ਹੋਵੇ ਤਾਂ ਇਹ ਯੋਜਕ ਸ਼ਰਤਵਾਚਕ ਅਧੀਨ ਯੋਜਕ ਅਖਵਾਉਂਦਾ ਹੈ। ਜੇ ਤੁਸੀਂ ਰਹਿਣਾ ਨਹੀਂ ਸੀ ਤਾਂ ਆਏ ਕਿਉਂ ਸੀ? ਕੋਈ ਰਿਸ਼ਤੇਦਾਰ ਆਉਂਦਾ ਨਾ, ਆਪਾਂ ਕਹਿੰਦੇ ਹਾਂ ਜੇ ਤੁਸੀਂ ਰਹਿਣਾ ਹੀ ਨਹੀਂ ਸੀ ਤਾਂ ਆਏ ਕਿਉਂ? ਵੈਸੇ ਕੋਈ ਨਹੀਂ ਵੀ ਕਹਿੰਦੇ, ਪਰ ਚਲੋ ਜੇ ਕਹਿ ਰਹੀ ਹਾਂ ਤਾਂ ਦੇਖੋ। ਤਾਂ ਹੁਣ ਇੱਥੇ ਕੀ ਹੈ? ਸ਼ਰਤ ਰੱਖੀ ਗਈ ਹੈ ਵੀ ਜੇ ਤੁਸੀਂ ਰਹਿਣਾ ਹੀ ਨਹੀਂ ਸੀ ਤਾਂ ਆਏ ਕਿਉਂ? ਇੱਕ ਸ਼ਰਤ ਦੀ ਤਰ੍ਹਾਂ। ਦੇਖੋ ਸ਼ਰਤ ਵੈਸੇ ਉਸ ਤਰੀਕੇ ਨਾਲ ਨਹੀਂ ਹੈ, ਬਟ ਆਪਾਂ ਇੱਕ ਕੰਡੀਸ਼ਨ ਰੱਖ ਦਿੱਤੀ ਅਗਲੇ ਦੇ ਸਾਹਮਣੇ ਕਿ ਜੇ ਇਹ ਕੰਮ ਨਹੀਂ ਕਰਨਾ ਸੀ ਤਾਂ ਉਹ ਕਿਉਂ ਕੀਤਾ। ਜਦੋਂ ਆਪਾਂ ਦੋ ਕੰਮਾਂ ਦੇ ਵਿੱਚ ਚੋਇਸ ਦੇ ਰਹੇ ਹਾਂ, ਆਪਾਂ ਕਿ ਇਹ ਨਹੀਂ ਕੀਤਾ ਤਾਂ ਉਹ ਕਿਉਂ ਕੀਤਾ, ਇੱਕ ਦੂਜੇ ਨਾਲ ਰਿਲੇਟਡ ਹੈ, ਤਾਂ ਉਦੋਂ ਆਪਾਂ ਕੀ ਬੋਲਦੇ ਹਾਂ? ਸ਼ਰਤਵਾਚਕ ਯੋਜਕ। ਇੱਥੇ ਤਾਂ ਇਹ ਜਿਹੜਾ ਉਹ ਆਪਣਾ ਸ਼ਰਤਵਾਚਕ ਯੋਜਕ ਬਣ ਗਿਆ ਹੈ। ਨੈਕਸਟ ਹੈ ਵਿਰੋਧਵਾਚਕ ਯੋਜਕ। ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਵਿਰੋਧੀ ਹੋਵੇ ਤਾਂ ਆਪਾਂ ਕਹਿ ਦਿੰਦੇ ਹਾਂ ਉਸ ਨੂੰ ਬੋਲ ਦਿੰਦੇ ਹਾਂ ਵਿਰੋਧਵਾਚਕ ਯੋਜਕ। ਜਦੋਂ ਜਿਵੇਂ ਇੱਕ ਸੈਂਟੈਂਸ ਦੂਸਰੇ ਦਾ ਵਿਰੋਧ ਕਰ ਰਿਹਾ ਹੋਵੇ। ਠੀਕ ਹੈ। ਜਿਵੇਂ ਭਾਵੇਂ ਉਹ ਬਿਮਾਰ ਸੀ ਤਾਂ ਵੀ ਕੰਮ ਉੱਤੇ ਜਾਂਦਾ ਸੀ। ਹੁਣ ਦੇਖੋ ਬਿਮਾਰੀ ਦੀ ਹਾਲਤ ਵਿੱਚ ਕੋਈ ਨਹੀਂ ਜਾਂਦਾ ਪਰ ਫਿਰ ਵੀ ਉਹ ਕੰਮ 'ਤੇ ਜਾ ਰਿਹਾ। ਠੀਕ ਹੈ। ਤਾਂ ਇੱਥੇ ਕੀ ਹੋ ਗਿਆ? ਇਹ ਇੱਕ ਜਿਹੜਾ ਸੈਂਟੈਂਸ ਹੈ ਦੂਸਰੇ ਦੇ ਬਿਲਕੁਲ ਉਲਟ ਜਾ ਰਿਹਾ ਨਾ। ਜੇ ਕੋਈ ਬਿਮਾਰ ਹੁੰਦਾ ਜਾਂਦਾ ਕੰਮ ਤੇ ਨਹੀਂ ਨਾ, ਬਟ ਫਿਰ ਵੀ ਜਾ ਰਿਹਾ, ਤਾਂ ਇਟ ਮੀਨਸ ਦੋਨੇ ਸੈਂਟੈਂਸ ਇੱਕ ਦੂਜੇ ਦੇ ਵਿਰੋਧੀ ਨੇ। ਤੇ ਇੱਥੇ ਇਹਨਾਂ ਨੂੰ ਤਾਂ ਸ਼ਬਦ ਜੋੜ ਰਿਹਾ। ਦੇਖੋ ਸ਼ਬਦ ਉਹੀ ਨੇ ਸਾਰੇ, ਬਟ ਆਪਾਂ ਉਸ ਦੇ ਯੂਜ਼ ਕਿਸ ਭਾਵ 'ਚ ਹੋ ਰਿਹਾ ਉਸ ਦੇ ਆਧਾਰ 'ਤੇ ਆਪਾਂ ਨੇ ਯੋਜਕਾਂ ਦੀ ਵੰਡ ਕੀਤੀ ਹੋਈ ਹੈ। ਲਾਸਟ ਹੈ ਜੀ ਤੁਲਨਾਵਾਚਕ ਯੋਜਕ। ਜਦ ਪ੍ਰਧਾਨ ਅਤੇ ਅਧੀਨ ਉਪਵਾਕ ਦੋ ਚੀਜ਼ਾਂ ਦੇ ਗੁਣ ਲੱਛਣ ਆਦਿ ਦਾ ਟਾਕਰਾ ਕਰਨ ਤਾਂ ਅਜਿਹੇ ਜੋੜਨ ਵਾਲੇ ਯੋਜਕ ਤੁਲਨਾਵਾਚਕ ਯੋਜਕ ਅਖਵਾਉਂਦੇ ਹਨ। ਠੀਕ ਹੈ। ਜਦੋਂ ਦੋਹਾਂ ਦਾ ਕੰਪੇਅਰ ਕੀਤਾ ਜਾ ਰਿਹਾ ਹੋਵੇ। ਉਹ ਇੰਨੀ ਉੱਚੀ ਬੋਲਦਾ ਹੈ ਕਿਵੇਂ? ਜਿਵੇਂ ਬੱਦਲ ਗਰਜਦਾ ਹੈ। ਠੀਕ ਹੈ। ਜਿਵੇਂ ਬੱਦਲ ਗਰਜਦਾ ਹੈ। ਤਾਂ ਇੱਥੇ ਕੀ ਹੋ ਗਿਆ? ਦੋਹਾਂ ਦੀ ਤੁਲਨਾ ਕੀਤੀ ਗਈ ਹੈ। ਪਹਿਲੇ ਵਿੱਚ ਦੱਸਿਆ ਗਿਆ ਕਿ ਉੱਚੀ ਬੋਲਦਾ, ਕਿੰਨਾ ਉੱਚੀ ਬੋਲਦਾ ਹੈ? ਜਿਵੇਂ ਬੱਦਲ ਗਰਜਦਾ ਹੋਵੇ। ਤਾਂ ਇੱਥੇ ਜਿਵੇਂ ਵਰਡ ਦੋਹਾਂ ਦੀ ਤੁਲਨਾ ਇੱਕ ਹੈਗਾ। ਦੇਖੋ ਤੁਲਨਾ ਇੱਕੋ ਹੀ ਬੰਦੇ ਦੀ ਕੀਤੀ ਗਈ ਹੈ, ਬਟ ਉਸ ਬੰਦੇ ਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਹੈ? ਬੱਦਲ ਦੇ ਨਾਲ। ਠੀਕ ਹੈ। ਤਾਂ ਇਸ ਨੂੰ ਆਪਾਂ ਕਹਿ ਦਿੰਦੇ ਹਾਂ
ਤੁਲਨਾਵਾਚਕ ਯੋਜਕ। ਚਲੋ ਜੀ, ਹੁਣ ਅੱਗੇ ਅਭਿਆਸ ਦੇ ਲਈ ਆ ਮੈਂ ਤੁਹਾਨੂੰ ਦੇ ਰਹੀ ਹਾਂ, ਤੁਸੀਂ ਇਹਨਾਂ ਦੇ ਆਨਸਰ ਕਮੈਂਟ ਬਾਕਸ ਦੇ ਵਿੱਚ ਦੱਸਣੇ ਨੇ ਕਿ ਕੀ ਹੈ। ਜਿਵੇਂ ਪਹਿਲੇ ਵਾਲਾ ਬਹੁਤ ਲੰਬਾ ਹੈ, ਤੁਸੀਂ ਨਹੀਂ ਦੱਸ ਸਕਦੇ, ਬਟ ਦੂਸਰੇ ਵਾਲਾ ਕੁਐਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ। ਮੈਨੂੰ ਵੀ ਪਤਾ ਲੱਗੇ ਕਿ ਤੁਸੀਂ ਕਿੰਨੀ ਕੁ ਵੀਡੀਓ ਧਿਆਨ ਨਾਲ ਪੜ੍ਹੀ ਹੈ ਅਤੇ ਕਿੰਨਾ ਕੁ ਤੁਸੀਂ ਮੇਰੀ ਵੀਡੀਓਜ਼ ਨੂੰ ਧਿਆਨ ਨਾਲ ਦੇਖਦੇ ਹੋ ਅਤੇ ਤੁਹਾਨੂੰ ਕਿੰਨਾ ਕੁ ਸਮਝ ਆਉਂਦਾ ਹੈ। ਪਲੀਜ਼ ਕਮੈਂਟ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਕਿਉਂਕਿ ਜਦੋਂ ਤੁਸੀਂ ਕਮੈਂਟ ਕਰੋਗੇ ਤਾਂ ਮੈਨੂੰ ਪਤਾ ਲੱਗ ਜਾਏਗਾ ਕਿ ਮੇਰਾ ਪੜ੍ਹਾਇਆ ਤੁਹਾਨੂੰ ਸਮਝ ਆਇਆ ਜਾਂ ਨਹੀਂ ਆਇਆ। ਇਹਨਾਂ ਵਿੱਚੋਂ ਸੈਕਿੰਡ ਕੁਐਸਚਨ ਦਾ ਆਨਸਰ ਕਮੈਂਟ ਵਿੱਚ ਜ਼ਰੂਰ ਦੱਸਿਓ। ਅਤੇ ਇਸ ਤੋਂ ਬਾਅਦ 6ਵੇਂ ਕੁਐਸਚਨ ਦਾ ਆਨਸਰ ਨਹੀਂ, ਬਸ ਦੂਜੇ ਦਾ ਹੀ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਚਲੋ ਜੀ, ਥੈਂਕ ਯੂ ਜੀ। ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਆਪਾਂ। ਧੰਨਵਾਦ। ਪਲੀਜ਼ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ।